ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ। ਪੰਜਾਬ ਦੀ ਸਵਰਨ ਜਾਤੀ ਹਿੰਦੂ ਵਰਗ ਦਾ ਸੰਬੰਧ ਪੰਜਾਬੀ ਨਾਲ ਕਿੱਡਾ ਕੁ ਗੂੜਾ ਹੈ, ਇਹ ਕਿਸੇ ਕੋਲੋਂ ਲੁਕਿਆ ਨਹੀਂ ਹੈ। ਅਜਿਹਾ ਸਿੱਖ ਫਿਰਕਾ ਪ੍ਰਸਤੀ ਦੇ ਪ੍ਰਤੀਕਰਮ ਕਰਕੇ ਨਹੀਂ ਹੋਇਆ। ਇਸ ਰੁਚੀ ਦਾ ਜਨਮ 19ਵੀਂ ਸਦੀ ਅੰਦਰ ਆਰੀਆ ਸਮਾਜ ਦੀ ਆਮਦ ਨਾਲ ਹੀ ਹੋ ਗਿਆ ਸੀ। ਫਿਰ ਕੀ ਇਹ ਗੱਲ ਮੰਨ ਲਈ ਜਾਵੇ ਕਿ ਇਹ ਭਾਣਾ ਆਰੀਆ ਸਮਾਜ ਵਿਚਾਰਧਾਰਾ ਦੀ ਬਦੌਲਤ ਹੀ ਵਾਪਰਿਆ? ਇਸ ਵਿਆਖਿਆ ਨੂੰ ਪੂਰਨ ਰੂਪ 'ਚ ਨਹੀਂ, ਅਸ਼ੰਕ ਰੂਪ 'ਚ ਹੀ ਸਹੀ ਮੰਨਿਆ ਜਾ ਸਕਦਾ ਹੈ, ਕਿਉਂਕਿ ਇਹ ਗੱਲ ਠੀਕ ਹੈ ਕਿ ਆਰੀਆ ਸਮਾਜੀ ਵਿਚਾਰਧਾਰਾ ਭਾਰਤ ਦੇ ਹਿੰਦੂ ਵਰਗ ਅੰਦਰ ਹਿੰਦੂ ਕੌਮ ਪ੍ਰਸਤੀ ਦਾ ਜਜ਼ਬਾ ਉਭਾਰਨ ਦੇ ਪ੍ਰੋਜੈਕਟ ਵਿੱਚ ਹਿੰਦੀ ਦਾ ਵੱਡਾ ਸਥਾਨ ਤੇ ਅਹਿਮੀਅਤ ਮਿਥਦੀ ਹੈ ਅਤੇ ਲਾਲਾ ਲਾਜਪਤ ਰਾਏ ਦੇ ਕਥਨ ਅਨੁਸਾਰ ਇਸ ਨੂੰ ਭਾਰਤੀ ਕੌਮੀਅਤ ਦੇ ਚਬੂਤਰੇ ਦੀ ਆਧਾਰਸ਼ਿਲਾ ਵਜੋਂ ਚਿਤਵਦੀ ਹੈ। ਇਸ ਤਰ੍ਹਾਂ ਆਰੀਆ ਸਮਾਜੀ ਵਿਚਾਰਧਾਰਾ ਨੇ ਸਵਰਨ ਜਾਤੀ ਪੰਜਾਬੀ ਹਿੰਦੂ ਵਰਗ ਅੰਦਰ ਹਿੰਦੀ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰਨ ਵਿੱਚ ਜ਼ਰੂਰ ਅਹਿਮ ਰੋਲ ਨਿਭਾਇਆ। ਪਰ ਇਹ ਕਹਿਣਾ ਪੂਰੀ ਤਰ੍ਹਾਂ ਠੀਕ ਨਹੀਂ ਲੱਗਦਾ ਕਿ ਪੰਜਾਬੀ ਹਿੰਦੂ ਵਰਗ ਦੇ ਆਪਣੀ ਮਾਂ ਬੋਲੀ ਤੋਂ ਬੇਮੁਖ ਹੋਣ ਦੀ ਇਹੀ ਇੱਕਮਾਤਰ ਵਜ੍ਹਾ ਹੈ, ਕਿਉਂਕਿ ਜੇਕਰ ਇਹ ਗੱਲ ਹੁੰਦੀ ਤਾਂ ਇਹ ਵਰਤਾਰਾ ਭਾਰਤ ਦੇ ਹੋਰਨਾਂ ਰਾਜਾਂ ਅੰਦਰ ਵੀ ਜ਼ਰੂਰ ਪ੍ਰਗਟ ਹੋਇਆ ਹੁੰਦਾ। ਕਿਸੇ ਬੰਗਾਲੀ ਆਰੀਆ ਸਮਾਜੀ ਦੇ ਬੰਗਾਲੀ ਭਾਸ਼ਾ ਤੋਂ ਬੇਮੁਖ ਹੋਣ ਦੀ ਕੋਈ ਉਦਾਹਰਣ ਨਹੀਂ ਮਿਲਦੀ। ਬਾਲ ਗੰਗਾਧਰ ਤਿਲਕ ਵਰਗਾ ਹਿੰਦੀ ਦਾ ਕੱਟੜ ਮੁੱਦਈ ਵੀ ਆਪਣੀ ਮਾਂ ਬੋਲੀ ਮਰਾਠੀ ਨੂੰ ਕਿਸੇ ਵੀ ਰੂਪ ਵਿੱਚ ਛੁਟਿਆਉਣ ਜਾਂ ਦੁਪਿਆਰਨ ਦੇ ਰਾਹ ਨਹੀਂ ਪਿਆ। ਸੋ ਜੇਕਰ ਪੰਜਾਬ ਦੇ ਸਵਰਨ ਜਾਤੀ ਹਿੰਦੂ ਵਰਗ ਨੇ ਲਗਭਗ ਸਮੂਹਿਕ ਪੱਧਰ ਤੇ ਆਪਣੀ ਮਾਂ ਬੋਲੀ ਤੋਂ ਬੇਮੁਖ ਹੋਣ ਦਾ ਪੈਂਤੜਾ ਅਪਣਾਇਆ ਤਾਂ ਇਸ ਨੂੰ ਨਿਰਾ ਆਰੀਆ ਸਮਾਜੀ ਵਿਚਾਰਧਾਰਾ ਦਾ ਪ੍ਰਤਾਪ ਹੀ ਨਹੀਂ ਮੰਨਿਆ ਜਾ ਸਕਦਾ। ਇਸ ਦੇ ਕਾਰਨ ਇਤਿਹਾਸਕ ਹਨ, ਜੋ ਸਮਾਜ ਵਿਗਿਆਨੀਆਂ ਦੇ ਡੂੰਘੇ ਗੌਰ ਤੇ ਵਧੇਰੇ ਗਹਿਰੀ ਘੋਖ ਪੜਤਾਲ ਦੀ ਮੰਗ ਕਰਦੇ ਹਨ। ਇਤਿਹਾਸ ਦੀ ਲੋੜੀਂਦੀ ਵਾਕਫੀਅਤ ਨਾ ਹੋਣ ਕਰਕੇ ਆਮ ਲੋਕਾਂ ਦੇ ਮਨਾਂ ਅੰਦਰ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਪੰਜਾਬੀ ਹਿੰਦੂ ਵਰਗ ਅੰਦਰ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਣ ਦਾ ਰੁਝਾਨ ਅਚਾਨਕ 1951 ਦੀ ਮਰਦਮਸ਼ੁਮਾਰੀ ਮੌਕੇ ਹੀ ਪ੍ਰਗਟ ਹੋਇਆ ਹੈ, ਜਿਸ ਦਾ ਸੀਮਤ ਉਦੇਸ਼ ਅਕਾਲੀ ਦਲ ਵੱਲੋਂ ਉਠਾਈ ਜਾ ਰਹੀ ਪੰਜਾਬੀ ਸੂਬੇ ਦੀ ਮੰਗ ਦਾ ਵਿਰੋਧ ਕਰਨਾ ਦੱਸਿਆ ਜਾਂਦਾ ਹੈ। ਪਰ ਸੱਚ ਇਹ ਹੈ ਕਿ ਸ਼ਹਿਰੀ ਅਤੇ ਸਵਰਨ ਜਾਤੀ ਪੰਜਾਬੀ ਹਿੰਦੂ ਵਰਗ ਨੇ ਬਹੁਤ ਚਿਰ ਪਹਿਲਾਂ ਤੋਂ ਹੀ, ਜਦ ਪੰਜਾਬੀ ਸੂਬੇ ਜਾਂ ਸਿੱਖ ਸਟੇਟ ਦੀ ਮੰਗ ਅਕਾਲੀ ਲੀਡਰਸ਼ਿਪ ਦੀ ਕਲਪਨਾ ਵਿੱਚ ਵੀ ਨਹੀਂ ਸੀ, ਪੰਜਾਬੀ ਨੂੰ ਬੇਦਾਵਾ ਦੇਣ ਦੀ ਬਾਕਾਇਦਾ ਮੁਹਿੰਮ ਆਰੰਭ ਕਰ ਦਿੱਤੀ ਹੋਈ ਸੀ। ਇਸ ਦਾ ਠੋਸ ਸਬੂਤ ਇਸ ਇਸ਼ਤਿਹਾਰ ਤੋਂ ਮਿਲਦਾ ਹੈ ਜੋ ਆਰੀਆ ਸਮਾਜ ਦੀ ਵੱਛੋਵਾਲੀ ਲਾਹੌਰ ਇਕਾਈ ਨੇ 1931 ਦੀ ਮਰਦਮਸ਼ੁਮਾਰੀ ਮੌਕੇ ਵਿਆਪਕ ਪੈਮਾਨੇ ਤੇ ਛਾਪ ਕੇ ਵੰਡਿਆ। ਹੇਠਾਂ ਇਸ ਇਸ਼ਤਿਹਾਰ ਦੀ ਹੂਬਹੂ ਨਕਲ ਦਿੱਤੀ ਜਾ ਰਹੀ ਹੈ। ਯਾਦ ਰੱਖੋ, ਮਰਦਮਸ਼ੁਮਾਰੀ ਦਾ ਅਮਲ ਆਰੰਭ ਹੋ ਚੁੱਕਾ ਹੈ। ਸਵਾਲ ਤੁਹਾਡਾ ਜਵਾਬ ਇਹ ਹੋਣਾ ਚਾਹੀਦਾ ਹੈ, ਧਰਮ ਵੈਦਿਕ, ਧਰਮ ਫਿਰਕਾ ਆਰੀਆ ਸਮਾਜੀ, ਜਾਤੀ ਕੋਈ ਨਹੀਂ, ਨਸਲ ਆਰੀਆ, ਭਾਸ਼ਾ ਆਰੀਆ ਭਾਸ਼ਾ ਹਿੰਦੀ। ਮਰਦਮਸ਼ੁਮਾਰੀ ਕਮੇਟੀ ਆਰੀਆ ਸਮਾਜ ਵੱਛੋਵਾਲੀ ਲਾਹੌਰ। ਮਰਦਮਸ਼ੁਮਾਰੀ ਦੇ ਅੰਕੜਿਆਂ ਉੱਤੇ ਇਸ ਤਰ੍ਹਾਂ ਦੇ ਪ੍ਰਾਪੇਗੰਡੇ ਦਾ ਜੋ ਪ੍ਰਭਾਵ ਪਿਆ, ਉਸ ਬਾਰੇ ਮਰਦਮਸ਼ੁਮਾਰੀ ਅਮਲੇ 1931 ਦੇ ਸੁਪਰਡੈਂਟ ਅਹਿਮਦ ਹਸਨ ਖਾਨ ਨੇ ਆਪਣੀ ਰਿਪੋਰਟ ਵਿੱਚ ਖੁੱਲ੍ਹ ਕੇ ਇਹ ਗੱਲ ਮੰਨੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ
ਕਿ ਇਸ ਤਰ੍ਹਾਂ ਦੀ ਪ੍ਰਚਾਰਬਾਜ਼ੀ ਦਾ ਕੁਝ ਅਸਰ ਜ਼ਰੂਰ ਹੋਇਆ, ਖਾਸ ਕਰਕੇ ਸ਼ਹਿਰੀ ਖੇਤਰ ਦੇ ਅੰਕੜਿਆਂ 'ਤੇ। ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਫਸਰਾਂ ਨੇ ਆਪਣੀਆਂ ਰਿਪੋਰਟਾਂ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਕੁਝ ਚੰਗੇ ਭਲੇ ਪੰਜਾਬੀ ਬੋਲਦੇ ਖੇਤਰਾਂ ਅੰਦਰ ਕਾਫੀ ਸਾਰੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਹਿੰਦੀ ਜਾਂ ਉਰਦੂ ਨੂੰ ਆਪਣੀ ਮਾਂ ਬੋਲੀ ਵਜੋਂ ਦਰਜ ਕਰਾਉਣ ਦੀ ਜ਼ਿੱਦ ਕੀਤੀ। ਗੁਜਰਾਂਵਾਲਾ ਜ਼ਿਲ੍ਹੇ ਦੇ ਇੱਕ ਕਸਬੇ ਅੰਦਰ ਮੈਨੂੰ ਖੁਦ ਕੁਝ ਅਜਿਹੇ ਲੋਕਾਂ ਦਾ ਨਾਲ ਖਹਿਬੜਨਾ ਪਿਆ ਜਿਨ੍ਹਾਂ ਕੋਲ ਉੱਪਰ ਬਿਆਨਿਆ ਆਰੀਆ ਸਮਾਜੀ ਇਸ਼ਤਿਹਾਰ ਸੀ ਅਤੇ ਜੋ ਪੰਜਾਬੀ ਦੀ ਥਾਂ ਤੇ ਹਿੰਦੀ ਨੂੰ ਮਾਂ ਬੋਲੀ ਲਿਖਾਉਣਾ ਚਾਹੁੰਦੇ ਸਨ। ਮੇਰੇ ਮਨ ਅੰਦਰ ਇਸ ਬਾਰੇ ਕੋਈ ਸੰਦੇਹ ਨਹੀਂ ਕਿ ਕਾਫੀ ਸਾਰੇ ਲੋਕਾਂ ਨੇ ਪੰਜਾਬੀ ਨੂੰ ਛੱਡ ਕੇ ਉਰਦੂ ਜਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਵਜੋਂ ਦਰਜ ਕਰਵਾਇਆ ਹੈ। 1941 ਦੀ ਮਰਦਮਸ਼ੁਮਾਰੀ ਦੌਰਾਨ ਇਹੋ ਅਮਲ ਦੁਹਰਾਇਆ ਗਿਆ ਸੀ, ਜਿਸ ਵਜ੍ਹਾ ਕਰਕੇ ਅਧਿਕਾਰੀਆਂ ਨੂੰ ਭਾਸ਼ਾ ਸੰਬੰਧੀ ਅੰਕੜਿਆਂ ਦੀ ਸਾਰਣੀ ਤਿਆਰ ਕਰਨ ਦਾ ਕੰਮ ਵੀ ਤਿਆਗਣਾ ਪੈ ਗਿਆ। ਭਾਰਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ WM ਯੀਟਸ ਨੇ ਆਪਣੀ ਰਿਪੋਰਟ ਵਿੱਚ ਖੁੱਲ੍ਹੇਆਮ ਇਹ ਮੰਨਿਆ ਕਿ ਜਿੱਥੇ ਕਿਤੇ ਵੀ ਉਰਦੂ ਹਿੰਦੀ ਦਾ ਰੇੜਕਾ ਪੈ ਗਿਆ ਹੈ, ਉੱਥੇ ਮਰਦਮਸ਼ੁਮਾਰੀ ਦੇ ਅੰਕੜੇ ਬੇਤਲਬ ਬਣ ਕੇ ਰਹਿ ਗਏ ਹਨ। ਸੋ ਮਸਲਾ ਸਿਰਫ ਮਰਦਮਸ਼ੁਮਾਰੀ ਮੌਕੇ ਮਾਂ ਬੋਲੀ ਤੋਂ ਮੁਨਕਰ ਹੋਣ ਦਾ ਹੀ ਨਹੀਂ, ਮਸਲਾ ਮਾਂ ਬੋਲੀ ਪ੍ਰਤੀ ਧਾਰਨ ਕੀਤੇ ਸਮੁੱਚੇ ਰਵੱਈਏ ਦਾ ਹੈ। ਜੇਕਰ ਪੰਜਾਬ ਦੇ ਸ਼ਹਿਰੀ ਅਤੇ ਸਵਰਨ ਜਾਤੀ ਹਿੰਦੂ ਵਰਗ ਦੇ ਮਨ ਅੰਦਰ ਪੰਜਾਬੀ ਪ੍ਰਤੀ ਸਨੇਹ ਤੇ ਸਤਿਕਾਰ ਦੀਆਂ ਉਹ ਭਾਵਨਾਵਾਂ ਹੀ ਮੌਜੂਦ ਨਹੀਂ ਹਨ ਜੋ ਕਿ ਆਮ ਤੌਰ ਤੇ ਕਿਸੇ ਵੀ ਕੌਮੀ ਗਰੁੱਪ ਦੇ ਮੈਂਬਰਾਂ ਅੰਦਰ ਕੁਦਰਤੀ ਅਤੇ ਲਾਜ਼ਮੀ ਤੌਰ ਤੇ ਮੌਜੂਦ ਹੁੰਦੀਆਂ ਹਨ ਤੇ ਹੋਣੀਆਂ ਵੀ ਚਾਹੀਦੀਆਂ ਹਨ, ਤਾਂ ਸਰਬ ਸਾਂਝੀ ਪੰਜਾਬੀ ਪਛਾਣ ਦੀ ਧਾਰਨਾ ਦੇ ਉਪਾਸ਼ਕਾਂ ਦੇ ਲੱਖ ਯਤਨਾਂ ਦੇ ਬਾਵਜੂਦ ਮਸਨੂਈ ਢੰਗਾਂ ਨਾਲ ਇਹ ਭਾਵਨਾਵਾਂ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ। ਰਾਖ ਦੀ ਢੇਰੀ ਉੱਤੇ ਲੱਖ ਫੂਕਾਂ ਮਾਰਨ ਦੇ ਬਾਵਜੂਦ ਉਸ ਵਿੱਚੋਂ ਚਿਣਗਾਂ ਨਹੀਂ ਮਘਾਈਆਂ ਜਾ ਸਕਦੀਆਂ। ਰਹੀ ਗੱਲ ਸਾਂਝੇ ਪੰਜਾਬੀ ਸੱਭਿਆਚਾਰ ਦੀ, ਇਹ ਭਰਮਵੀਂ ਸੱਭਿਆਚਾਰ ਦੇ ਸੰਕਲਪ ਬਾਰੇ ਸਤਹੀ ਸਮਝ ਦੀ ਪੈਦਾਵਾਰ ਹੈ। ਸੱਭਿਆਚਾਰ ਕਿਸ ਨੂੰ ਕਿਹਾ ਜਾਂਦਾ ਹੈ, ਇਸ ਸਵਾਲ ਦਾ ਕੋਈ ਊੜਾ ਊਠ ਵਰਗਾ ਸਰਲ ਤੇ ਘੜਿਆ ਘੜਾਇਆ ਜਵਾਬ ਸੰਭਵ ਨਹੀਂ ਹੈ। ਸੱਭਿਆਚਾਰ ਨੂੰ ਸਿਰਫ ਖਾਣ ਪੀਣ, ਪਹਿਨਣ, ਪਰਚਣ ਤੇ ਮੌਜ ਮਸਤੀ ਦੇ ਰੂਪਾਂ ਤੱਕ ਸੁੰਗੇੜ ਕੇ ਦੇਖਣਾ ਇਸ ਵਿਸ਼ਾਲ ਬਹੁਪਰਤੀ ਤੇ ਗੁੰਝਲਦਾਰ ਵਰਤਾਰੇ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕਰਨਾ ਹੈ। ਆਮ ਰਿਵਾਜ ਪੰਜਾਬੀ ਸੱਭਿਆਚਾਰ ਨੂੰ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ, ਗਿੱਧੇ ਭੰਗੜੇ ਤੇ ਲੋਹੜੀ, ਦੀਵਾਲੀ ਤੇ ਜਸ਼ਨਾਂ ਤੱਕ ਸੁੰਗੇੜ ਕੇ ਦੇਖਣਾ ਹੈ। ਇਸ ਵਿੱਚੋਂ ਹੀ ਪੰਜਾਬ ਸਮਾਜ ਦੇ ਸਭਨਾ ਵਰਗਾਂ ਦੀ ਮਜ਼ਬੂਤ ਸੱਭਿਆਚਾਰਕ ਸਾਂਝ ਦਾ ਭਰਮ ਪੈਦਾ ਹੁੰਦਾ ਹੈ। ਕਿਸੇ ਵੀ ਬਹੁਪਰਤੀ ਤੇ ਗੁੰਝਲਦਾਰ ਵਰਤਾਰੇ ਦਾ ਅਸਲ ਤੱਤ ਉਸ ਦੀਆਂ ਬਾਹਰਲੀਆਂ ਕੰਨੀਆਂ ਤੋਂ ਨਹੀਂ, ਉਸ ਦੀ ਗਿਰੀ ਤੋਂ ਨਿਰਧਾਰਿਤ ਹੁੰਦਾ ਹੈ। ਇਸ ਹਿਸਾਬ ਨਾਲ ਦੇਖਿਆ, ਜਿੱਥੇ ਪੰਜਾਬੀ ਲੋਕਾਂ ਅੰਦਰ ਸੱਭਿਆਚਾਰ ਦੇ ਕੁਝ ਸਾਂਝੇ ਲੱਛਣਾਂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉੱਥੇ ਨਾਲ ਹੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਂਝੇ ਲੱਛਣ ਜਿਨ੍ਹਾਂ ਦਾ ਸੰਬੰਧ ਜ਼ਿਆਦਾ ਕਰਕੇ ਖਾਣ ਪੀਣ, ਪਹਿਨਣ ਪਰਚਣ ਤੇ ਮੌਜ ਮੇਲੇ ਦੇ ਰੂਪਾਂ ਨਾਲ ਹੈ, ਕਿਸੇ ਵੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਅਸਲ ਤੱਤ ਨੂੰ ਰੂਪਮਾਨ ਨਹੀਂ ਕਰਦੇ। ਸੱਭਿਆਚਾਰ ਦਾ ਅਸਲ ਤੱਤ ਉਹ ਗੱਲ ਹੈ ਜਿਹੜੀ ਸੰਬੰਧਿਤ ਭਾਈਚਾਰੇ ਦੇ ਮੈਂਬਰਾਂ ਨੂੰ ਇੱਕ ਖਾਸ ਕਿਸਮ ਦੇ ਸਾਂਚੇ ਵਿੱਚ ਢਾਲਦੀ ਹੈ। ਉਹਨਾਂ ਅੰਦਰ ਜ਼ਿੰਦਗੀ ਪ੍ਰਤੀ ਇੱਕ ਖਾਸ ਕਿਸਮ ਦਾ ਨਜ਼ਰੀਆ ਤੇ ਰਵੱਈਆ ਵਿਕਸਿਤ ਕਰਦੀ ਹੈ। ਉਹਨਾਂ ਅੰਦਰ ਇੱਕ ਖਾਸ ਕਿਸਮ ਦਾ ਸਮਾਜੀ ਸੱਭਿਆਚਾਰਕ ਕਦਰ ਪ੍ਰਬੰਧ ਸਿਰਜਦੀ ਹੈ। ਉਹਨਾਂ ਅੰਦਰ ਇੱਕ ਖਾਸ ਕਿਸਮ ਦੀਆਂ ਉਮੀਦਾਂ ਤੇ ਆਸ਼ਾਵਾਂ ਪੈਦਾ ਕਰਦੀ ਅਤੇ ਉਹਨਾਂ ਦੀ ਸਮੁੱਚੀ ਸ਼ਖਸੀਅਤ ਤੇ ਜੀਵਨ ਸ਼ੈਲੀ ਨੂੰ ਇੱਕ ਖਾਸ ਤਰਜ਼ ਉੱਤੇ ਢਾਲਦੀ ਹੈ। ਇੱਕ ਮੋਟੀ ਤੇ ਸਿੱਧੀ ਜਿਹੀ ਗੱਲ ਹੈ, ਪੰਜਾਬ ਅੰਦਰ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਜਿੰਨੀਆਂ ਵੀ ਲਹਿਰਾਂ ਚੱਲੀਆਂ ਹਨ, ਉਹਨਾਂ ਵਿੱਚ ਸਿਰਫ ਸਿੱਖਾਂ ਦੀ ਹੀ ਭਾਰੂ ਸ਼ਮੂਲੀਅਤ ਕਿਉਂ ਰਹੀ ਹੈ?
ਗਦਰ ਪਾਰਟੀ 1914-15 ਦੀ ਲਹਿਰ ਹੋਵੇ ਜਾਂ ਬੱਬਰ ਅਕਾਲੀ ਲਹਿਰ 1925-26, ਲਾਲ ਪਾਰਟੀ ਦੀ ਅਗਵਾਈ ਹੇਠ ਪੈਪਸੂ ਦੀ ਖਾੜਕੂ ਮੁਜ਼ਾਹਰਾ ਲਹਿਰ 1948 ਹੋਵੇ, ਜਾਂ ਫਿਰ 7ਵੇਂ ਤੇ 8ਵੇਂ ਦਹਾਕੇ ਅੰਦਰ ਚੱਲੀ ਨਕਸਲੀ ਇਨਕਲਾਬੀ ਲਹਿਰ। ਇਹਨਾਂ ਸਾਰੀਆਂ ਲਹਿਰਾਂ ਅੰਦਰ ਹਿੰਦੂ ਵਰਗ ਦੀ ਨਿਗੂਣੀ ਸ਼ਮੂਲੀਅਤ ਦਾ ਕਾਰਨ ਕੀ ਹੋ ਸਕਦਾ ਹੈ? ਇਹ ਕਿ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਦੀ ਸਾਂਝ ਦੇ ਬਾਵਜੂਦ ਪੰਜਾਬ ਦੇ ਹਿੰਦੂ ਵਰਗ ਦਾ ਸੰਸਾਰ ਅਤੇ ਜ਼ਿੰਦਗੀ ਪ੍ਰਤੀ ਸਮੁੱਚਾ ਨਜ਼ਰੀਆ ਸਿੱਖਾਂ ਨਾਲੋਂ ਅਹਿਮ ਰੂਪ ਵਿੱਚ ਅਲੱਗ ਹੈ। ਗਰੁੱਪ ਚੇਤਨਾ ਸਿੱਖਾਂ ਨਾਲੋਂ ਅਹਿਮ ਰੂਪ ਵਿੱਚ ਵੱਖਰੀ ਹੈ। ਤਾਂ ਫਿਰ ਕੀ ਏਡੇ ਵੱਡੇ ਵਖਰੇਵਿਆਂ ਦੇ ਹੁੰਦਿਆਂ ਇਹਨਾਂ ਦੋਨਾਂ ਵਰਗਾਂ ਨੂੰ ਇੱਕ ਅਖੰਡ ਪੰਜਾਬੀ ਕੌਮ ਦੇ ਜੁਜ਼ਵੀ ਅੰਗ ਮੰਨਿਆ ਜਾ ਸਕਦਾ ਹੈ? ਕਦਾਚਿਤ ਨਹੀਂ। ਸਿੱਖ ਪੰਥ ਆਪਣੇ ਵਿਲੱਖਣ ਕੌਮੀ ਲੱਛਣਾਂ ਸਦਕਾ ਯਕੀਨਨ ਹੀ ਇੱਕ ਵੱਖਰਾ ਕੌਮੀ ਭਾਈਚਾਰਾ ਹੈ, ਜਿਸ ਦੇ ਰਾਜਸੀ ਉਦੇਸ਼, ਆਦਰਸ਼ ਤੇ ਉਮੰਗਾਂ ਪੰਜਾਬੀ ਹਿੰਦੂ ਵਰਗ ਨਾਲੋਂ ਮਹੱਤਵਪੂਰਨ ਰੂਪ ਵਿੱਚ ਵੱਖਰੀਆਂ ਹਨ। ਪਰ ਕੀ ਇਹ ਹਕੀਕਤ ਪ੍ਰਵਾਨ ਕਰ ਲੈਣ ਦਾ ਅਰਥ ਪੰਜਾਬੀ ਸਮਾਜ ਦੀ ਏਕਤਾ ਦੇ ਭਾਈਚਾਰੇ ਤੋਂ ਮੁਨਕਰ ਹੋਣਾ ਹੈ? ਕਦਾਚਿਤ ਨਹੀਂ। ਸਿੱਖ ਅਤੇ ਹਿੰਦੂ ਵਰਗ ਦੀਆਂ ਆਪਸੀ ਭਾਈਚਾਰਕ ਸਾਂਝਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਸਾਂਝਾਂ ਨਾ ਸਿਰਫ ਕਾਇਮ ਰਹਿਣੀਆਂ ਚਾਹੀਦੀਆਂ ਹਨ, ਸਗੋਂ ਹੋਰ ਵੱਧ ਪ੍ਰਫੁੱਲਤ ਹੋਣੀਆਂ ਚਾਹੀਦੀਆਂ ਹਨ। ਪਰ ਇੱਥੇ ਮਹੱਤਵਪੂਰਨ ਸਿਧਾਂਤਕ ਮੁੱਦਾ ਇਹ ਹੈ ਕਿ ਇਹ ਸਾਂਝਾਂ ਇੱਕ ਸੰਯੁਕਤ ਪੰਜਾਬੀ ਕੌਮ ਦਾ ਆਧਾਰ ਬਣਨ ਦੀ ਯੋਗਤਾ ਤੇ ਦਮ ਨਹੀਂ ਰੱਖਦੀਆਂ। ਜੇਕਰ ਇਹ ਜ਼ਾਹਰਾ ਹਕੀਕਤ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਅਤੇ ਆਪਣੇ ਸਵੈ ਸਿਰਜੇ ਸਿਧਾਂਤਾਂ ਤੇ ਭੁਲੇਖਿਆਂ ਦੀ ਪ੍ਰੇਰਿਤ ਛਾਇਆ ਹੇਠ ਸਿੱਖ ਪੰਥ ਦੇ ਵੱਖਰੀ ਕੌਮ ਦੇ ਦਾਅਵੇ ਤੋਂ ਮੁਨਕਰ ਹੋਣ ਦਾ ਹੱਟ ਕੀਤਾ ਜਾਂਦਾ ਹੈ, ਤਾਂ ਇਸ ਦੇ ਹਿੰਦੂ ਸਿੱਖ ਰਿਸ਼ਤੇ ਉੱਤੇ ਪੈਣ ਵਾਲੇ ਨਕਾਰੀ ਪ੍ਰਭਾਵਾਂ ਤੋਂ ਬਚਾਅ ਕਰ ਸਕਣਾ ਨਾਮੁਮਕਿਨ ਹੈ। ਸਿੱਖ ਕੌਮ ਲਈ ਇਹ ਸਵਾਲ ਇਸ ਕਰਕੇ ਅਹਿਮ ਹੈ ਕਿ ਸੰਯੁਕਤ ਪੰਜਾਬੀ ਪਛਾਣ ਜਾਂ ਪੰਜਾਬੀ ਕੌਮੀਅਤ ਦਾ ਅਡੰਬਰ ਨਾ ਸਿਰਫ ਸਿੱਖ ਪਛਾਣ ਤੋਂ ਮੁਨਕਰ ਹੋਣ, ਸਗੋਂ ਇਸ ਨੂੰ ਮਲੀਆ ਮੇਟ ਕਰ ਸੁੱਟਣ ਦਾ ਇੱਕ ਧੋਖੇ ਭਰਿਆ ਪੈਂਤੜਾ ਹੈ। ਕੁਲਵੰਤ ਸਿੰਘ ਵਿਰਕ ਤੇ ਹਰਬੰਸ ਸਿੰਘ ਨੇ ਆਪਣੇ ਪਿੱਛੇ ਬਿਆਨੇ ਕਿਤਾਬਚੇ ਅੰਦਰ ਪੰਜਾਬੀ ਬੋਲੀ ਦੇ ਨਾਅਰੇ ਹੇਠ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਲਾਮਬੰਦ ਕਰਨ ਦੇ ਉਦੇਸ਼ ਤੇ ਮਕਸਦ ਬਾਰੇ ਕੋਈ ਲੋਕ ਲੁਕੋ ਨਹੀਂ ਰਹਿਣ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਭਾਸ਼ਾ ਅਲੱਗ-ਅਲੱਗ ਧਾਰਮਿਕ ਭਾਈਚਾਰਿਆਂ ਵਿਚਕਾਰ ਇੱਕ ਪ੍ਰਮੁੱਖ ਕੜੀ ਹੈ। ਇਹ ਉਹ ਚੀਜ਼ ਹੈ ਜਿਹੜੀ ਫਿਰਕੂ ਵਖਰੇਵਿਆਂ ਦੇ ਬਾਵਜੂਦ ਇੱਕ ਗਰੁੱਪ ਦੇ ਸਾਰੇ ਲੋਕਾਂ ਅੰਦਰ ਸਾਂਝੀ ਹੈ। ਇਸ ਸਾਂਝੇ ਪੱਖ ਉੱਤੇ ਜ਼ੋਰ ਦੇਣ ਨਾਲ ਫਿਰਕੂ ਗਰੁੱਪਬੰਦੀਆਂ ਨੂੰ ਲਾਜ਼ਮੀ ਢਾਹ ਲੱਗੇਗੀ। ਭਾਸ਼ਾ ਦਾ ਨਾਅਰਾ ਫਿਰਕੂ ਲੀਡਰਾਂ ਦੇ ਦਬਾਨਾਂ ਚੋਂ ਹਵਾ ਕੱਢ ਦੇਵੇਗਾ। ਇੱਕ ਪੰਜਾਬੀ ਬੋਲਦੇ ਰਾਜ ਅੰਦਰ ਲੋਕ ਹਿੰਦੂਆਂ ਜਾਂ ਸਿੱਖਾਂ ਵਜੋਂ ਨਹੀਂ, ਸਗੋਂ ਪੰਜਾਬੀਆਂ ਵਜੋਂ ਵਿਚਰਨਗੇ। ਉਂਝ ਤਾਂ ਵਿਦਵਾਨ ਲੇਖਕਾਂ ਨੇ ਆਪਣੇ ਇਸ ਕਥਨ ਅੰਦਰ ਕੋਈ ਘਚੋਲਾ ਜਾਂ ਓਹਲਾ ਨਹੀਂ ਰਹਿਣ ਦਿੱਤਾ, ਪਰ ਫਿਰ ਵੀ ਜੇਕਰ ਉਹਨਾਂ ਦੇ ਥੋੜ੍ਹੇ ਜਿਹੇ ਲੁਕਵੇਂ ਅਰਥਾਂ ਨੂੰ ਹੋਰ ਸਪਸ਼ਟ ਕਰ ਦਿੱਤਾ ਜਾਵੇ ਤਾਂ ਉਹਨਾਂ ਦੀ ਸਾਫ਼ ਤੇ ਸਪਸ਼ਟ ਪੋਜੀਸ਼ਨ ਇਹ ਬਣਦੀ ਹੈ ਕਿ ਪੰਜਾਬੀ ਬੋਲੀ ਦੀ ਸਾਂਝ ਉੱਤੇ ਜ਼ੋਰ ਦੇਣ ਨਾਲ ਸਿੱਖ ਪੰਥ ਵਰਗੀਆਂ ਫਿਰਕੂ ਗਰੁੱਪਬੰਦੀਆਂ ਨੂੰ ਖੋਰਾ ਪਵੇਗਾ ਅਤੇ ਪੰਜਾਬੀ ਬੋਲੀ ਦਾ ਨਾਅਰਾ ਮਾਸਟਰ ਤਾਰਾ ਸਿੰਘ ਵਰਗੇ ਫਿਰਕੂ ਲੀਡਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਵੇਗਾ। ਨਤੀਜੇ ਵਜੋਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਹਿੰਦੂ ਜਾਂ ਸਿੱਖ ਸਮਝਣਾ ਬੰਦ ਕਰ ਦੇਣਗੇ ਅਤੇ ਉਹਨਾਂ ਦੀ ਇੱਕਮਾਤਰ ਤੇ ਸਾਂਝੀ ਪਛਾਣ ਪੰਜਾਬੀਆਂ ਵਜੋਂ ਰਹਿ ਜਾਵੇਗੀ। ਸਾਫ਼ ਹੈ, ਸਾਂਝੀ ਪੰਜਾਬੀ ਪਛਾਣ ਦੇ ਉਪਾਸਕਾਂ ਦੇ ਇਸ ਕਲਪਨਾ ਸੰਸਾਰ ਅੰਦਰ ਸਿੱਖ ਪੰਥ ਦੀ ਅੱਡਰੀ ਪਛਾਣ, ਉਸ ਦੀ ਅੱਡਰੀ ਰਾਜਸੀ ਜਥੇਬੰਦੀ ਤੇ ਉਸ ਦੇ ਰਾਜਸੀ ਉਦੇਸ਼ਾਂ ਲਈ ਕੋਈ ਜਗ੍ਹਾ ਨਹੀਂ। ਜਦ ਲੋਕਾਂ ਨੇ ਆਪਣੇ ਆਪ ਨੂੰ ਹਿੰਦੂ ਜਾਂ ਸਿੱਖ ਸਮਝਣਾ ਬੰਦ ਕਰ ਦਿੱਤਾ ਤਾਂ ਸਿੱਖ ਪੰਥ ਦੀ ਹੋਂਦ ਆਪਣੇ ਆਪ ਹੀ ਖੁਰਦ-ਬੁਰਦ ਹੋ ਜਾਵੇਗੀ। ਸੰਯੁਕਤ ਪੰਜਾਬੀ ਕੌਮ ਤੇ ਸਾਂਝੀ ਪੰਜਾਬੀ ਪਛਾਣ ਦੇ ਉਪਾਸਕਾਂ ਦੀ ਪੰਜਾਬੀ ਲੋਕਾਂ ਦੀ ਏਕਤਾ ਦੇ ਭਾਈਚਾਰੇ ਤੋਂ ਜੇਕਰ ਇਹੀ ਮੁਰਾਦ ਹੈ ਤਾਂ ਸਿੱਖ ਕੌਮ ਇਸ ਮਿੱਠੀ ਗੋਲੀ ਨੂੰ ਨਿਗਲਣ ਲਈ ਕਦਾਚਿਤ ਤਿਆਰ ਨਹੀਂ ਹੋਵੇਗੀ।
ਮਾਡਰਨਿਸਟ ਸੈਕੂਲਰਿਸਟ ਸੋਚ ਰੱਖਣ ਦਾ ਦਾਅਵਾ ਕਰਨ ਵਾਲੇ ਲੋਕਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਸਿੱਖ ਪਛਾਣ ਦੇ ਮਸਲੇ ਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਹਮਖਿਆਲ ਹੋ ਨਿਬੜਨ ਦੇ ਮੁੱਖ ਤੌਰ ਤੇ ਦੋ ਕਾਰਨ ਨਜ਼ਰ ਆਉਂਦੇ ਹਨ। ਇੱਕ, ਇਹ ਗਲਤ ਧਾਰਨਾ ਕਿ ਸਿੱਖ ਪੰਥ ਦੀ ਨਿਆਰੀ ਹਸਤੀ ਦੀ ਪੋਜੀਸ਼ਨ ਵਿੱਚੋਂ ਲਾਜ਼ਮੀ ਤੌਰ ਤੇ ਫਿਰਕੂ ਤੰਗ ਨਜ਼ਰ ਸੋਚ ਤੇ ਫਿਰਕੂ ਰਾਜਨੀਤੀ ਜਨਮ ਲੈਂਦੀ ਹੈ, ਜਿਸ ਨਾਲ ਪੰਜਾਬੀ ਸਮਾਜ ਅੰਦਰ ਆਪਸੀ ਵਖਰੇਵੇਂ, ਵਿਰੋਧ ਤੇ ਬਖੇੜੇ ਪੈਦਾ ਹੁੰਦੇ ਹਨ। ਜਦ ਕਿ ਸੱਚਾਈ ਇਹ ਹੈ ਕਿ ਸਿੱਖ ਕੌਮ ਦਾ ਇਹ ਹੱਕੀ ਦਾਅਵਾ ਪ੍ਰਵਾਨ ਨਾ ਕਰਨ ਨਾਲ ਹੀ ਸਿੱਖ ਪੰਥ ਅੰਦਰ ਬੇਵਿਸ਼ਵਾਸੀ, ਰੋਸ ਤੇ ਬੇਚੈਨੀ ਪੈਦਾ ਹੁੰਦੀ ਹੈ ਅਤੇ ਜਦ ਇਸ ਹੱਕੀ ਰੋਸ ਨੂੰ ਹਕੂਮਤੀ ਤਾਕਤ ਦੇ ਤੇ ਦਹਿਸ਼ਤ ਨਾਲ ਦਬਾਉਣ ਦੇ ਯਤਨ ਕੀਤੇ ਜਾਂਦੇ ਹਨ ਤਾਂ ਖਾਲਸਾ ਪੰਥ ਅੰਦਰ ਉਸ ਦੀਆਂ ਜੁਝਾਰੂ ਰਵਾਇਤਾਂ ਅਨੁਸਾਰ ਰੋਹ ਤੇ ਗੁੱਸੇ ਦਾ ਹੋਰ ਵੱਧ ਲਾਵਾ ਖੋਲਣ ਲੱਗਦਾ ਹੈ, ਜਿਸ ਦੀ ਤਪਸ਼ ਫਿਰ ਸਭ ਨੂੰ ਇੱਕ ਬਰਾਬਰ ਝੱਲਣੀ ਪੈਂਦੀ ਹੈ। ਵੱਖਰੀ ਸਿੱਖ ਕੌਮ ਦੀ ਧਾਰਨਾ ਦੇ ਨਿੰਦਕ ਇਹ ਸਦਾ ਸੱਚਾਈ ਭੁੱਲ ਰਹੇ ਹਨ ਕਿ ਅਲੱਗ-ਅਲੱਗ ਸੱਭਿਆਚਾਰਕ ਪਛਾਣਾਂ ਵਾਲੇ ਵਰਗਾਂ ਨੂੰ ਜ਼ਬਰਦਸਤੀ ਇੱਕ ਕੌਮ ਦੇ ਰੱਸੇ ਨਾਲ ਨਰੜ ਦੇਣ ਨਾਲ ਉਹਨਾਂ ਅੰਦਰ ਆਪਸੀ ਭਾਈਚਾਰੇ ਤੇ ਏਕਤਾ ਦੀਆਂ ਭਾਵਨਾਵਾਂ ਕਦਾਚਿਤ ਪ੍ਰਫੁੱਲਿਤ ਨਹੀਂ ਕੀਤੀਆਂ ਜਾ ਸਕਦੀਆਂ। ਇਹ ਭਾਵਨਾਵਾਂ ਇੱਕ ਦੂਸਰੇ ਦੀ ਵੱਖਰੀ ਪਛਾਣ ਨੂੰ ਪ੍ਰਵਾਨ ਕਰਨ ਤੇ ਇਸ ਦਾ ਤਹਿ ਦਿਲੋਂ ਸਤਿਕਾਰ ਕਰਨ ਨਾਲ ਹੀ ਪ੍ਰਫੁੱਲਿਤ ਹੋ ਸਕਦੀਆਂ ਹਨ। ਆਧੁਨਿਕਤਾ ਪੱਖੀ ਵਰਗ ਨੂੰ ਸਿੱਖ ਵਿਰੋਧ ਦੇ ਰਾਹ ਵੱਲ ਧੱਕਣ ਵਾਲਾ ਦੂਜਾ ਫੈਕਟਰ ਹੈ ਉਸ ਦਾ ਇੱਕ ਭਾਸ਼ਾ ਇੱਕ ਕੌਮ ਦੇ ਸਿਧਾਂਤ ਵਿੱਚ ਅੰਨਾ ਵਿਸ਼ਵਾਸ। ਸਮਾਜੀ ਹਕੀਕਤ ਨੂੰ ਜਾਣਨ ਦੀ ਖਰੀ ਵਿਗਿਆਨਕ ਵਿਧੀ ਹਕੀਕਤ ਦੇ ਅਨੁਸਾਰ ਜੀਵਤ ਸਿਧਾਂਤ ਵਿਕਸਿਤ ਕਰਨਾ ਹੈ, ਨਾ ਕਿ ਨਿਰਜਿੰਦ ਸਿਧਾਂਤ ਨੂੰ ਹਕੀਕਤ ਉੱਤੇ ਮੜਨਾ। ਸਮਾਜੀ ਹਕੀਕਤ ਨੂੰ ਆਪਣੀ ਕਿਸੇ ਪੂਰਵ ਮਨੌਤ ਜਾਂ ਧਾਰਨਾ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਪੈਰ ਦੇ ਨਾਪ ਦੀ ਜੁੱਤੀ ਤਿਆਰ ਕਰਨ ਦੀ ਬਜਾਏ ਪੈਰ ਨੂੰ ਕੱਟ ਕੇ ਜੁੱਤੀ ਦੇ ਬਰਾਬਰ ਕਰਨ ਵਾਲੀ ਗੱਲ ਹੈ। ਸਿੱਖ ਕੌਮ ਦੀ ਧਾਰਨਾ ਦੇ ਠੀਕ ਜਾਂ ਗਲਤ ਹੋਣ ਦਾ ਨਿਤਾਰਾ ਇਸ ਗੱਲ ਤੋਂ ਨਹੀਂ ਹੋ ਸਕਦਾ ਕਿ ਇਹ ਇੱਕ ਭਾਸ਼ਾ ਇੱਕ ਕੌਮ ਦੇ ਸਿਧਾਂਤ ਦੀ ਕਸੌਟੀ ਤੇ ਪੂਰੀ ਉਤਰਦੀ ਹੈ ਜਾਂ ਨਹੀਂ। ਇਸ ਦਾ ਨਿਤਾਰਾ ਪੰਜਾਬ ਦੇ ਇਤਿਹਾਸ ਤੇ ਜ਼ਿੰਦਗੀ ਦੀਆਂ ਠੋਸ ਹਕੀਕਤਾਂ ਦੀ ਬੇਲਾਗ ਨਿਰਣੈਕਾਰੀ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਨਿਰਣੈਕਾਰੀ ਚੋਂ ਇਸ ਸਿੱਟੇ ਤੇ ਪਹੁੰਚਣਾ ਰੱਤੀ ਭਰ ਵੀ ਮੁਸ਼ਕਿਲ ਨਹੀਂ ਕਿ ਖਾਲਸਾ ਪੰਥ ਯਕੀਨਨ ਹੀ ਇੱਕ ਨਿਆਰੀ ਤੇ ਵੱਖਰੀ ਕੌਮ ਹੈ। ਸਿਰਲੇਖ ਅਕਾਲੀ ਤਿਲਕਣ। ਜਦ ਦਸੰਬਰ 1953 ਵਿੱਚ ਦੱਖਣੀ ਰਾਜਾਂ ਦੇ ਦਬਾਅ ਹੇਠ ਕੇਂਦਰ ਸਰਕਾਰ ਨੂੰ ਰਾਜ ਪੁਨਰਗਠਨ ਕਮਿਸ਼ਨ SRC ਕਾਇਮ ਕਰਨ ਦਾ ਕੌੜਾ ਘੁੱਟ ਭਰਨਾ ਹੀ ਪੈ ਗਿਆ ਤਾਂ ਉਹਨਾਂ ਇਹ ਗੱਲ ਪਹਿਲਾਂ ਹੀ ਯਕੀਨੀ ਬਣਾ ਲਈ ਕਿ ਇਸ ਕੌੜੇ ਘੁੱਟ ਨੂੰ ਸੰਘੋਂ ਲੰਘਾਉਣ ਦੀ ਨੌਬਤ ਨਾ ਪਵੇ। ਕਮਿਸ਼ਨ ਦੇ ਮੈਂਬਰਾਂ ਦੀ ਚੋਣ ਅਜਿਹੀ ਇhtiyat ਨਾਲ ਕੀਤੀ ਗਈ ਕਿ ਸਰਕਾਰ ਨੂੰ ਆਪਣਾ ਮਨ ਭਾਉਂਦਾ ਫੈਸਲਾ ਕਰਵਾਉਣ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਿਆ। ਉੜੀਸਾ ਦੇ ਤਤਕਾਲੀ ਗਵਰਨਰ ਜਨਾਬ ਫਜ਼ਲ ਅਲੀ ਨੂੰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਕਮਿਸ਼ਨ ਦੇ ਦੋ ਹੋਰ ਮੈਂਬਰ ਸਨ, ਪੰਡਿਤ ਹਿਰਦੇਨਾਥ ਕੁੰਜਰੂ ਤੇ KM ਪਨੀਕਰ। ਇਹ ਦੋਨੋਂ ਮੈਂਬਰ ਪਹਿਲਾਂ ਹੀ ਰਾਜਾਂ ਦੇ ਪੁਨਰਗਠਨ ਦੇ ਖਿਲਾਫ ਆਪਣੇ ਖੁੱਲ੍ਹੇ ਵਿਚਾਰ ਪ੍ਰਗਟਾ ਚੁੱਕੇ ਹਨ। KM ਪਨੀਕਰ ਅਕਾਲੀ ਸਹਾਇਕ ਬਿਊਰੋ ਦੇ ਚੀਫ 1930-32 ਹੋਣ ਦੀ ਹੈਸੀਅਤ ਵਿੱਚ ਆਪਣੇ ਸਿੱਖ ਵਿਰੋਧੀ ਹੋਣ ਦੀ ਪਹਿਲਾਂ ਹੀ ਭੱਲ ਖੱਟ ਚੁੱਕਾ ਸੀ ਅਤੇ ਹਿਰਦੇਨਾਥ ਕੁੰਜਰੂ ਦੇ ਹਿਰਦੇ ਅੰਦਰ ਸਿੱਖਾਂ ਪ੍ਰਤੀ ਕਿੰਨੀ ਮੈਲ ਸੀ, ਇਸ ਲਈ ਅੱਗੇ ਜਾ ਕੇ ਦੇਖਾਂਗੇ, ਜਿੱਥੇ ਇਸ ਕਮਿਸ਼ਨ ਦੀ ਕਾਰਗੁਜ਼ਾਰੀ ਨਾਲੋਂ ਅਕਾਲੀ ਲੀਡਰਸ਼ਿਪ ਦੀ ਪੈਂਤੜੇਬਾਜ਼ੀ ਦਾ ਮਸਲਾ ਵਧੇਰੇ ਮਹੱਤਵਪੂਰਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਪੁਨਰਗਠਨ ਕਮਿਸ਼ਨ ਸਾਹਮਣੇ ਆਪਣਾ ਪੱਖ ਪੇਸ਼ ਕਰਨ ਲਈ ਇੱਕ ਲਿਖਤੀ ਮੈਮੋਰੰਡਮ ਤਿਆਰ ਕੀਤਾ।
ਵੱਖਰੀ ਸਿੱਖ ਕੌਮ ਦੀ ਜਿਸ ਪੋਜੀਸ਼ਨ ਦੀ ਅਕਾਲੀ ਲੀਡਰਸ਼ਿਪ ਨੇ 1945-46 ਦੌਰਾਨ ਧੜੱਲੇ ਨਾਲ ਪੈਰਵਾਈ ਕੀਤੀ ਸੀ ਅਤੇ ਜਿਸ ਪੋਜੀਸ਼ਨ ਦਾ ਸਿੱਖ ਪੰਥ ਦੀ ਹੋਣੀ ਨਾਲ ਗਹਿਰਾ ਸੰਬੰਧ ਜੁੜਿਆ ਹੋਇਆ ਸੀ, ਅਕਾਲੀ ਲੀਡਰਸ਼ਿਪ ਨੇ ਆਪਣੇ ਮੈਮੋਰੰਡਮ ਅੰਦਰ ਉਸ ਪੋਜੀਸ਼ਨ ਨੂੰ ਅਛੋਪਲੇ ਹੀ ਤਿਆਗ ਦਿੱਤਾ ਅਤੇ ਆਪਣੇ ਆਪ ਨੂੰ ਸੈਕੂਲਰਿਸਟ ਪੇਸ਼ ਕਰਨ ਦੀ ਦੌੜ ਵਿੱਚ ਪੰਜਾਬੀ ਕੌਮ ਦੀ ਧਾਰਨਾ ਦਾ ਜਾਪ ਸ਼ੁਰੂ ਕਰ ਦਿੱਤਾ। ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਲੋੜ ਤੇ ਵਾਜਬੀਅਤ ਠਹਿਰਾਉਂਦਿਆਂ ਮੈਮੋਰੰਡਮ ਦੀ ਭੂਮਿਕਾ ਅੰਦਰ ਇਹ ਗੱਲ ਉਭਾਰੀ ਗਈ ਕਿ ਆਜ਼ਾਦ ਲੋਕੀ ਕੋਈ ਡੰਗਰ ਨਹੀਂ ਹੁੰਦੇ ਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਉਲਟ ਧੱਕ ਕੇ ਵਾੜਿਆਂ 'ਚ ਡੱਕ ਦਿੱਤਾ ਜਾਵੇ। ਉਹਨਾਂ ਦੇ ਹਿਰਦੇ ਅੰਦਰ ਸਾਂਝੇ ਆਦਰਸ਼, ਸਾਂਝੀਆਂ ਰਵਾਇਤਾਂ, ਸਾਂਝੇ ਇਤਿਹਾਸ, ਸਾਂਝੀਆਂ ਜਿੱਤਾਂ ਹਾਰਾਂ, ਇਕੱਠੇ ਰਹਿ ਕੇ ਝੱਲੇ ਸਾਂਝੇ ਦੁੱਖ ਸੁੱਖ, ਸਾਂਝੀ ਗੈਰਤ, ਸਾਂਝੀ ਜ਼ੁਬਾਨ ਤੇ ਸਾਂਝੀ ਲਿਪੀ ਤੇ ਰਿਸ਼ਤੇ ਪਾਸੇ ਪਰਤ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਅਜਿਹੇ ਵਾਤਾਵਰਣ ਦੀ ਲੋੜ ਹੁੰਦੀ ਹੈ ਜਿਸ ਵਿੱਚ ਉਹਨਾਂ ਦਾ ਆਪਾ ਤੇ ਹੋਣੀ ਪੁੰਗਰ ਸਕੇ ਤੇ ਉਹਨਾਂ ਦੇ ਸਾਂਝੇ ਆਦਰਸ਼ ਪ੍ਰਵਾਨ ਚੜ੍ਹ ਸਕਣ। ਇਹੋ ਜਿਹਾ ਵਾਤਾਵਰਣ ਬੋਲੀ ਤੇ ਕਲਚਰ ਦੇ ਆਧਾਰ ਉੱਤੇ ਬਣਾਏ ਸੂਬਿਆਂ ਤੋਂ ਛੁੱਟ ਹੋਰ ਕਿੱਥੇ ਮਿਲ ਸਕਦਾ ਹੈ। ਸਰਸਰੀ ਨਜ਼ਰ ਨਾਲ ਦੇਖਿਆਂ ਇਸ ਬਿਆਨਕਾਰੀ ਅੰਦਰ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਪਰ ਜਿਸ ਸੰਦਰਭ ਵਿੱਚ ਇਹ ਗੱਲ ਕਹੀ ਗਈ ਹੈ ਉਸ ਚੋਂ ਅਕਾਲੀ ਲੀਡਰਸ਼ਿਪ ਦੀ ਇੱਕ ਵੱਡੀ ਸਿਧਾਂਤਕ ਥਿੜਕਣ ਦੀ ਪੁਸ਼ਟੀ ਹੁੰਦੀ ਹੈ। ਅਕਾਲੀ ਲੀਡਰਸ਼ਿਪ ਸਾਹਮਣੇ ਮਸਲਾ ਕੀ ਸੀ? ਸੰਖੇਪ ਵਿੱਚ ਕਹਿਣਾ ਹੋਵੇ ਤਾਂ ਮਸਲਾ ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਦਾ ਸੀ। ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਨੂੰ ਖਤਰਾ ਕਿਸ ਕੋਲੋਂ ਸੀ? ਯਕੀਨਨ ਹੀ ਮੁਸਲਮਾਨਾਂ, ਈਸਾਈਆਂ ਜਾਂ ਬੋਧੀਆਂ ਕੋਲੋਂ ਨਹੀਂ, ਬਹੁ ਗਿਣਤੀ ਹਿੰਦੂ ਵਰਗ ਕੋਲੋਂ ਸੀ, ਜਿਸ ਨੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਮਲਿਆ ਮੇਟ ਕਰਕੇ ਉਸ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਅੰਦਰ ਜਜ਼ਬ ਕਰ ਲੈਣ ਦੀਆਂ ਨੀਤਾਂ ਤੇ ਨੀਤੀਆਂ ਧਾਰਨ ਕਰ ਰੱਖੀਆਂ ਹੋਈਆਂ ਸਨ। ਸਿੱਖ ਕੌਮ ਨੂੰ ਅਜਿਹੇ ਵਾਤਾਵਰਣ ਦੀ ਲੋੜ ਹੀ ਸੀ ਜਿਸ ਵਿੱਚ ਉਸ ਦਾ ਆਪਾ ਤੇ ਹੋਣੀ ਪੁੰਗਰ ਸਕੇ ਤੇ ਉਸ ਦੇ ਸਾਂਝੇ ਆਦਰਸ਼ ਪ੍ਰਵਾਨ ਚੜ੍ਹ ਸਕਣ। ਰਾਜਨੀਤੀ ਦੀ ਮੁੱਢਲੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਵੀ ਇਹ ਗੱਲ ਸਮਝ ਸਕਦੇ ਹਨ ਕਿ ਇਹਨਾਂ ਉਦੇਸ਼ਾਂ ਦੀ ਪੂਰਤੀ ਸਿਰਫ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਇਹ ਅਜਿਹਾ ਪ੍ਰਦੇਸ਼ ਹੋਵੇ ਜਿੱਥੇ ਰਾਜਸੀ ਤਾਕਤ ਸਿੱਖ ਵਰਗ ਦੇ ਆਪਣੇ ਹੱਥਾਂ ਵਿੱਚ ਹੋਵੇ ਤੇ ਉਸ ਨੂੰ ਇਸ ਦੀ ਆਪਣੀ ਮਰਜ਼ੀ ਤੇ ਹਿੱਤਾਂ ਦੇ ਅਨੁਕੂਲ ਵਰਤੋਂ ਕਰਨ ਦੀ ਖੁੱਲ੍ਹ ਹੋਵੇ। ਮੈਮੋਰੰਡਮ ਅੰਦਰ ਅਕਾਲੀ ਦਲ ਵੱਲੋਂ ਜਿਸ ਪੰਜਾਬੀ ਸੂਬੇ ਦੀ ਮੰਗ ਕੀਤੀ ਗਈ ਸੀ ਉਸ ਵਿੱਚ ਸਿੱਖਾਂ ਦੀ ਗਿਣਤੀ 40% ਤੋਂ ਵੱਧ ਨਹੀਂ ਸੀ ਬਣਦੀ। ਅਕਾਲੀ ਆਗੂਆਂ ਨੇ ਆਪਣੇ ਆਪ ਨੂੰ ਅਫਿਰਕੂ ਸਾਬਤ ਕਰਨ ਲਈ ਕੂਕ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਸਿੱਖ ਬਹੁ ਗਿਣਤੀ ਵਾਲੇ ਸੂਬੇ ਦੀ ਨਹੀਂ, ਪੰਜਾਬੀ ਬੋਲਣ ਵਾਲੇ ਸੂਬੇ ਦੀ ਮੰਗ ਕਰ ਰਹੇ ਹਨ। ਬੋਲੀ ਦਾ ਪੈਮਾਨਾ ਮਿੱਥ ਕੇ ਉਹ ਪੰਜਾਬ ਅਤੇ ਪੈਪਸੂ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਵੀ ਆਪਣੇ ਪ੍ਰਸਤਾਵਿਤ ਪੰਜਾਬੀ ਸੂਬੇ ਵਿੱਚ ਸ਼ਾਮਲ ਕਰਦੇ ਸਨ। ਅਕਾਲੀ ਲੀਡਰਸ਼ਿਪ ਇੱਕ ਤਾਂ ਭਾਰਤ ਦੇ ਹਿੰਦੂ ਹਾਕਮਾਂ ਅੱਗੇ ਆਪਣੇ ਅਫਿਰਕੂਪੁਣੇ ਦੀ ਸਨਦ ਪੇਸ਼ ਕਰਨ ਲਈ ਤੇ ਦੂਜਾ ਪ੍ਰਸਤਾਵਿਤ ਪੰਜਾਬੀ ਸੂਬੇ ਦੀਆਂ ਸਰਹੱਦਾਂ ਨੂੰ ਵੱਧ ਤੋਂ ਵੱਧ ਮੌਲਕੀਆ ਕਰਨ ਦੀ ਇੱਛਾ ਪੂਰੀ ਕਰਨ ਲਈ ਝੂਠ ਦਾ ਆਟਾ ਗੁੰਨਣ ਲਈ ਮਜਬੂਰ ਹੋਈ ਸੀ। ਇਹ ਕਹਿਣਾ ਕਿ ਪੰਜਾਬੀ ਬੋਲਦੇ ਸਾਰੇ ਵਰਗਾਂ ਦੇ ਲੋਕਾਂ ਦੇ ਆਦਰਸ਼, ਭਾਵਨਾਵਾਂ, ਇਤਿਹਾਸ ਤੇ ਰਵਾਇਤਾਂ ਸਾਂਝੀਆਂ ਹਨ, ਕਾਲੇ ਨੂੰ ਚਿੱਟਾ ਬਣਾਉਣ ਦੀ ਕੋਸ਼ਿਸ਼ ਹੈ। ਜੇਕਰ ਸਿੱਖ ਪੰਥ ਦੇ ਪੰਜਾਬੀ ਹਿੰਦੂ ਵਰਗ ਨਾਲ ਆਦਰਸ਼ ਸਾਂਝੇ ਹਨ, ਇਤਿਹਾਸ ਤੇ ਰਵਾਇਤਾਂ ਸਾਂਝੀਆਂ ਹਨ, ਸੱਭਿਆਚਾਰ ਸਾਂਝਾ ਹੈ, ਭਾਵਨਾਵਾਂ ਸਾਂਝੀਆਂ ਹਨ, ਜਿੱਤਾਂ ਹਾਰਾਂ ਤੇ ਦੁੱਖ ਸੁੱਖ ਸਾਂਝੇ ਹਨ, ਜਿਵੇਂ ਕਿ ਮੈਮੋਰੰਡਮ ਅੰਦਰ ਪੇਸ਼ ਕੀਤਾ ਗਿਆ ਹੈ, ਤਾਂ ਫਿਰ ਸਿੱਖਾਂ ਦਾ ਨਿਆਰਾਪਣ ਕੀ ਹੈ? ਸਿਰਫ ਧਾਰਮਿਕ ਰੂਪ। ਜੇਕਰ ਸਿੱਖ ਪੰਥ ਦੀ ਵੱਖਰੀ ਪਛਾਣ ਤੇ ਨਿਆਰੀ ਹਸਤੀ ਨੂੰ ਕੇਵਲ ਤੇ ਕੇਵਲ ਧਾਰਮਿਕ ਰੂਪ ਤੱਕ ਹੀ ਸੀਮਿਤ ਕਰਕੇ ਦੇਖਿਆ ਜਾਂਦਾ ਹੈ ਤਾਂ ਫਿਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿਣਾ ਕਿੰਨੀ ਕੁ ਗਲਤ ਗੱਲ ਹੈ।
ਅਤੇ ਸਿੱਖਾਂ ਵੱਲੋਂ ਆਪਣੇ ਆਪ ਨੂੰ ਕੇਸਾਧਾਰੀ ਹਿੰਦੂ ਅਖਵਾਉਣ ਵਿੱਚ ਕੀ ਮੁਸ਼ਕਲ ਬਾਕੀ ਰਹਿ ਜਾਂਦੀ ਹੈ। ਹੈਰਾਨੀ ਤੇ ਅਫਸੋਸ ਦੀ ਗੱਲ ਇਹ ਹੈ ਕਿ ਇਹ ਗੱਲਾਂ ਉਸੇ ਅਕਾਲੀ ਲੀਡਰਸ਼ਿਪ ਵੱਲੋਂ ਕਹੀਆਂ ਜਾ ਰਹੀਆਂ ਸਨ ਜਿਸ ਨੇ 1945 ਦੇ ਸ਼ੁਰੂ ਵਿੱਚ ਲਾਹੌਰ ਵਿਖੇ ਸਿੱਖ ਨੁਮਾਇੰਦਿਆਂ ਦੀ ਇੱਕ ਭਰਵੀਂ ਮੀਟਿੰਗ ਅੰਦਰ ਇੱਕ ਬਾਕਾਇਦਾ ਮਤੇ ਦੇ ਰੂਪ ਵਿੱਚ ਠੋਕ ਵਜਾ ਕੇ ਗੱਲ ਆਖੀ ਸੀ। ਜਦੋਂ ਖਾਲਸੇ ਦਾ ਜਨਮ ਹੋਇਆ ਤਾਂ ਇਹ ਭਾਰਤ ਅੰਦਰ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਮੌਜੂਦ ਫਿਰਕਿਆਂ ਵਿੱਚ ਇੱਕ ਹੋਰ ਨਵੇਂ ਫਿਰਕੇ ਦਾ ਵਾਧਾ ਹੋਣ ਵਾਲੀ ਗੱਲ ਨਹੀਂ ਸੀ। ਅਸਲ ਵਿੱਚ ਜੋ ਵਾਪਰਿਆ ਉਹ ਇਹ ਸੀ ਕਿ ਇੱਕ ਨਵਾਂ ਨਜ਼ਰੀਆ, ਇੱਕ ਨਵੀਂ ਜੀਵਨ ਯੁਗਤ ਪੈਦਾ ਹੋਈ ਸੀ। ਇੱਕ ਨਵੀਂ ਕੌਮ ਦੀਆਂ ਬੁਨਿਆਦਾਂ ਧਰੀਆਂ ਗਈਆਂ ਸਨ ਜਿਸ ਨੇ ਪੰਜਾਬ ਦੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਇਤਿਹਾਸ ਅੰਦਰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਸੀ। ਖਾਲਸੇ ਦਾ ਇੱਕ ਕੌਮ ਹੋਣ ਦਾ ਦਾਅਵਾ ਇਸ ਗੱਲ ਨਾਲ ਨਹੀਂ ਨਕਾਰਿਆ ਜਾਂਦਾ ਕਿ ਇਸ ਦਾ ਜਨਮ ਇੱਕ ਧਰਮ ਬਦਲੀ ਦੇ ਨਤੀਜੇ ਵਜੋਂ ਹੋਇਆ। ਕੌਮਾਂ ਦੀ ਰਚਨਾ ਸਿਰਫ ਸੈਕੂਲਰ, ਕਾਨੂੰਨੀ, ਭੂਗੋਲਿਕ ਜਾਂ ਆਰਥਿਕ ਆਧਾਰ ਤੇ ਹੀ ਨਹੀਂ ਹੋਇਆ ਕਰਦੀ। ਲੋਕਾਂ ਨੂੰ ਇਕਜੁੱਟਤਾ ਪ੍ਰਦਾਨ ਕਰਨ ਵਾਲੀ ਇੱਕ ਪਰੰਪਰਾ ਦੀ ਲਗਾਤਾਰਤਾ ਹੀ ਹੈ ਜੋ ਕਿਸੇ ਕੌਮ ਦਾ ਵਜੂਦ ਸਿਰਜਦੀ ਹੈ। ਪਰੰਤੂ ਇਤਿਹਾਸ ਅੰਦਰ ਕਦੇ-ਕਦੇ ਅਜਿਹਾ ਵੀ ਵਾਪਰਦਾ ਹੈ ਕਿ ਇੱਕ ਆਦਮੀ ਦੇ ਇਰਾਦੇ ਨਾਲ ਇੱਕ ਨਵੀਂ ਏਕਤਾ, ਇੱਕ ਨਵੇਂ ਸਮੂਹ ਜੋ ਕਿ ਪਹਿਲਾਂ ਤੋਂ ਮੌਜੂਦ ਸਮੂਹਾਂ ਦੇ ਤੇ ਪ੍ਰਣਾਲੀਆਂ ਚੋਂ ਹੀ ਪੈਦਾ ਹੋ ਸਕਦਾ ਹੈ, ਇਹਦੀ ਸਿਰਜਣਾ ਕੀਤੀ ਜਾਂਦੀ ਹੈ। ਇੱਕ ਨਵੇਂ ਵਿਚਾਰ ਦੇ ਨਤੀਜੇ ਵਜੋਂ ਇੱਕ ਸੰਗਠਨ ਹੋਂਦ ਵਿੱਚ ਆ ਸਕਦਾ ਹੈ ਅਤੇ ਇੱਕ ਕੌਮ ਨੂੰ ਜਨਮ ਦੇ ਸਕਦਾ ਹੈ। ਭਾਵੇਂ ਕਿ ਕੁਝ ਵਿਚਾਰ ਬੇਜਾਨ ਵੀ ਸਾਬਤ ਹੋ ਜਾਂਦੇ ਹਨ ਅਤੇ ਉਹਨਾਂ ਦੇ ਨਤੀਜੇ ਵਜੋਂ ਹੋਂਦ 'ਚ ਆਏ ਸੰਗਠਨ ਮੁੜ ਉਹਨਾਂ ਸਮੂਹਾਂ ਅੰਦਰ ਹੀ ਅਭੇਦ ਹੋ ਜਾਂਦੇ ਹਨ ਜਿਨ੍ਹਾਂ ਚੋਂ ਉਹ ਪੈਦਾ ਹੋਏ ਸਨ। ਕਬੀਰ ਦੇ ਪੰਥ ਅਤੇ ਭਾਰਤ ਦੇ ਇਤਿਹਾਸ ਅੰਦਰਲੇ ਅਨੇਕਾਂ ਹੋਰ ਪੰਥਾਂ ਨਾਲ ਇਹੋ ਵਾਪਰਿਆ। ਪਰੰਤੂ ਗੁਰੂ ਗੋਬਿੰਦ ਸਿੰਘ ਦਾ ਵਿਚਾਰ ਇੱਕ ਜੀਵੰਤ ਵਿਚਾਰ ਸੀ ਅਤੇ ਉਸ ਦੀਆਂ ਜੜ੍ਹਾਂ ਲੱਗ ਗਈਆਂ। ਇਹ ਇੱਕ ਨਵੀਂ ਜ਼ਿੰਦਗੀ, ਇੱਕ ਨਵੇਂ ਸੰਗਠਨ ਅਤੇ ਇੱਕ ਨਵੀਂ ਕੌਮ ਦਾ ਸੋਮਾ ਹੋ ਨਿਬੜਿਆ। ਕੌਮ ਜੋ ਇਸ ਕਦਰ ਇਕਜੁੱਟ ਹੋ ਗਈ ਕਿ ਉਸਨੇ ਕਿਸੇ ਹੋਰ ਸਮੂਹ ਨਾਲ ਤਾਲ ਮਿਲਾ ਕੇ ਚੱਲਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇੱਕ ਸਿੱਖ ਸਿੱਖੀ ਨੂੰ ਗ੍ਰਹਿਣ ਕਰਦਾ ਹੈ ਤਾਂ ਉਹ ਆਪਣੀ ਕੁੱਲ, ਆਪਣੇ ਵੰਸ਼, ਆਪਣੀ ਜ਼ਾਤ ਤੇ ਆਪਣੇ ਪੂਰਬਲੇ ਮਤ ਨਾਲੋਂ ਸਾਰੇ ਸੰਬੰਧ ਤੋੜਨ ਦਾ ਅਹਿਦ ਕਰਦਾ ਹੈ, ਭਾਵ ਕਿ ਪ੍ਰਣ ਕਰਦਾ ਹੈ। ਇਸ ਤਰ੍ਹਾਂ ਉਹ ਇੱਕ ਨਵੀਂ ਕੌਮ ਖਾਲਸਾ ਪੰਥ ਦਾ ਮੈਂਬਰ ਬਣ ਜਾਂਦਾ ਹੈ। ਇਸ ਤਰ੍ਹਾਂ ਸਾਡੇ ਸਾਹਮਣੇ ਸਿੱਖ ਧਰਮ ਬਦਲੀ ਦੇ ਰੂਪ ਵਿੱਚ ਇੱਕ ਨਵੀਂ ਕੌਮ ਦੀ ਰਚਨਾ ਦੀ ਉਦਾਹਰਣ ਮੌਜੂਦ ਹੈ। ਕੌਮ ਜੋ ਓਨੀ ਹੀ ਹਕੀਕੀ ਹੈ ਜਿੰਨੀ ਕਿ ਭੂਗੋਲਿਕ, ਨਸਲੀ ਜਾਂ ਹੋਰ ਕਿਸੇ ਆਧਾਰ ਤੇ ਹੋਂਦ ਵਿੱਚ ਆਉਣ ਦਾ ਦਾਅਵਾ ਕਰਨ ਵਾਲੀ ਕੋਈ ਹੋਰ ਕੌਮ ਹੋ ਸਕਦੀ ਹੈ। 1945-46 ਵਿੱਚ ਬੇਸ਼ੱਕ ਮਾਨਸਿਕ ਔਖ ਚੋਂ ਹੀ ਅਕਾਲੀ ਆਗੂਆਂ ਦੇ ਮੂੰਹੋਂ ਨਿਕਲਿਆ ਇਹ ਇੱਕ ਵੱਡਾ ਸੱਚ ਸੀ, ਪਰ ਬਾਅਦ ਵਿੱਚ ਪੰਜਾਬੀ ਸੂਬੇ ਦੀ ਮੰਗ ਕਰਨ ਮੌਕੇ ਅਕਾਲੀ ਆਗੂ ਇਸ ਸੱਚ ਉੱਤੇ ਪਹਿਰਾ ਨਾ ਦੇ ਸਕੇ। ਇਸ ਦੀ ਇੱਕ ਸਫਾਈ ਇਹ ਦਿੱਤੀ ਜਾਂਦੀ ਹੈ ਕਿ ਆਜ਼ਾਦੀ ਤੋਂ ਬਾਅਦ ਹਿੰਦੂ ਬਹੁਗਿਣਤੀ ਦੇ ਰਾਜ ਹੇਠ ਸਿੱਖ ਕੌਮ ਲਈ ਹਾਲਤਾਂ ਵਿੱਚ ਕਦਰ ਦੁਸ਼ਵਾਰ ਹੋ ਗਈਆਂ ਸਨ। ਹਾਲਤਾਂ ਇਸ ਕਦਰ ਦੁਸ਼ਵਾਰ ਹੋ ਗਈਆਂ ਸਨ ਕਿ ਸੱਚੀ ਗੱਲ ਕਹਿਣ ਦਾ ਵੇਲਾ ਨਹੀਂ ਸੀ ਰਹਿ ਗਿਆ। ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਆਧੁਨਿਕ ਯੁੱਗ ਅੰਦਰ ਧਰਮ ਦੇ ਆਧਾਰ ਤੇ ਵੱਖਰੀ ਕੌਮ ਤੇ ਅਲੱਹਦਾ ਰਾਜ ਦੀ ਗੱਲ ਕਬੂਲਣਯੋਗ ਨਹੀਂ। ਇਸ ਕਰਕੇ ਵਕਤ ਦੇ ਤਕਾਜ਼ੇ ਅਨੁਸਾਰ ਆਪਣੀ ਗੱਲ ਨੂੰ ਅਫਿਰਕੂ ਮੁਹਾਵਰੇ ਵਿੱਚ ਪੇਸ਼ ਕਰਨ ਵਿੱਚ ਹੀ ਸਿਆਣਪ ਤੇ ਭਲਾਈ ਹੈ। ਕੁਝ ਲੋਕਾਂ ਦਾ ਇਹ ਵੀ ਸੋਚਣਾ ਹੈ ਕਿ ਸਿੱਖ ਬਹੁਗਿਣਤੀ ਵਾਲਾ ਰਾਜ ਆਕਾਰ ਵਿੱਚ ਐਡਾ ਛੋਟਾ ਰਹਿ ਜਾਵੇਗਾ ਕਿ ਉਸ ਵਿੱਚ ਸਿੱਖਾਂ ਦੇ ਟਰੱਕ ਖੜਾਉਣ ਲਈ ਵੀ ਜਗ੍ਹਾ ਨਹੀਂ ਮਿਲਣੀ। ਉਪਰੋਕਤ ਗੱਲਾਂ ਸਿੱਖ ਕੌਮ ਦੀ ਆਜ਼ਾਦੀ ਦੇ ਕਾਰਜ ਨੂੰ ਮੁਸ਼ਕਲ ਜ਼ਰੂਰ ਬਣਾਉਂਦੀਆਂ ਹਨ,
ਪਰ ਅਸੰਭਵ ਨਹੀਂ ਬਣਾਉਂਦੀਆਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਬਹੁਗਿਣਤੀ ਹਿੰਦੂ ਵਰਗ ਦੇ ਰਾਜ ਹੇਠ ਸਿੱਖ ਪੰਥ ਦੀ ਆਜ਼ਾਦੀ ਦਾ ਮਸਲਾ ਬੇਹੱਦ ਦੁੱਭਰ ਬਣ ਗਿਆ ਹੈ। ਪਰ ਇਸ ਵਿੱਚ ਇੱਕ ਵੱਡਾ ਦੋਸ਼ ਸਿੱਖ ਲੀਡਰਸ਼ਿਪ ਵੱਲੋਂ ਅਪਣਾਈ ਗਲਤ ਵਿਚਾਰਧਾਰਕ ਤੇ ਰਾਜਸੀ ਸੇਧ ਦਾ ਹੈ। ਜੇਕਰ ਸਿੱਖ ਲੀਡਰਸ਼ਿਪ ਨੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਤੋਂ ਹੀ ਦਰੁਸਤ ਸੇਧ ਅਖਤਿਆਰ ਕੀਤੀ ਹੁੰਦੀ ਤਾਂ 1947 ਦੇ ਇਤਿਹਾਸਕ ਮੌਕਾ ਮੇਲ ਦੌਰਾਨ ਕਿਤੇ ਵੱਡੀਆਂ ਰਾਜਸੀ ਪ੍ਰਾਪਤੀਆਂ ਹਾਸਲ ਕੀਤੀਆਂ ਹੁੰਦੀਆਂ। ਇਸ ਭਾਗ ਦੇ ਲਈ ਇੰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।